ਖੁਦਾਵੰਦ ਯਿਸੂ ਮਸੀਹ ਦੇ ਮੁਬਾਰਕ ਤੇ ਖੂਬਸੂਰਤ ਨਾਂ ਦੇ ਵਿੱਚ ਮੈਂ ਅੱਜ ਆਪਣੇ ਨਾਜ਼ਰੀਨ ਦੀ ਖਿਦਮਤ ਵਿੱਚ ਸਲਾਮ ਅਰਜ਼ ਕਰਨਾ ਵਾਂ ਤੇ ਇੱਕ ਵਾਰੀ ਫਿਰ ਆਪਣੇ ਲਈ ਇਸ ਗੱਲ ਨੂੰ ਬੜੇ ਆਜ਼ਾਜ਼ ਦਾ ਸਬਬ ਸਮਝਣਾ ਵਾਂ ਕਿ ਰੱਬੁਲ ਇੱਜ਼ਤ ਨੇ ਮੇਰੀ ਜ਼ਿੰਦਗੀ 'ਚ ਇਹ ਬੜਾ ਸੋਹਣਾ ਵੇਲਾ ਬਖਸ਼ਿਆ ਵੇ ਕਿ ਮੈਂ ਉਹਦੇ ਪਵਿੱਤਰ ਵਚਨ ਨੂੰ ਤੁਹਾਡੇ ਨਾਲ ਮਿਲ ਕੇ ਸਿੱਖ ਸਕਾਂ ਤੇ ਸਾਡੇ ਈਮਾਨ ਦੇ ਤਾਲੁਕ ਨਾਲ ਉਹ ਜਿਹੜੀਆਂ ਬੜੀਆਂ ਗਹਿਰੀਆਂ ਤੇ ਅਮੀਕ ਗੱਲਾਂ ਨੇ ਉਹਨਾਂ ਨੂੰ ਸਿੱਖਣ ਵਾਲਾ ਹੋ ਸਕਾਂ ਤੇ ਤੁਹਾਡੇ ਲਈ ਵੀ ਬਰਕਤ ਤੇ ਆਸ਼ੀਸ਼ੀਅਤ ਦਾ ਸਬਬ ਬਣ ਸਕਾਂ। ਮੈਂ ਇਹਦੇ ਲਈ ਉਹਦਾ ਸ਼ੁਕਰ ਤੇ ਉਹਦੀ ਤਾਰੀਫ ਕਰਨਾ ਵਾ। ਇਸ ਵੇਲੇ ਹਿੰਦੁਸਤਾਨ ਦੀ ਤਾਰੀਖ ਦੇ ਵਿੱਚ ਇੱਥੇ ਤੀਕਰ ਕਿ ਪਾਕਿਸਤਾਨ ਦੇ ਵਿੱਚ ਵੀ ਕੁਝ ਇਹੋ ਜਿਹੇ ਲੋਕ ਨੇ ਜਿਹੜੇ ਇਸ ਕਿਸਮ ਦਾ ਸਵਾਲ ਚੁੱਕ ਰਹੇ ਨੇ ਔਰ ਉਹ ਸਵਾਲ ਇਹ ਵੇ ਕਿ ਯਿਸੂ ਮਸੀਹ ਦਾ ਬਾਪ ਕੌਣ ਸੀ। ਖੁਦਾਵੰਦ ਯਿਸੂ ਮਸੀਹ ਜੀ ਦਾ ਪਿਤਾ ਕੌਣ ਸੀ। ਔਰ ਇਹ ਸਵਾਲ ਇੰਜ ਅੱਗ ਵਾਂਗਰ ਫੈਲ ਰਿਹਾ ਹੈ ਔਰ ਬਹੁਤ ਸਾਰੇ ਮਸਾਇਲ ਖੜੇ ਹੋ ਰਹੇ ਨੇ ਤੇ ਮੇਰੇ ਦਿਲ ਵਿੱਚ ਪਵਿੱਤਰ ਆਤਮਾ ਨੇ ਇਹ ਸ਼ਬਦ ਪਾਇਆ ਹੈ, ਇਹ ਗੱਲ ਪਾਈ ਹੈ ਕਿ ਜਿਸ ਕਿਸੇ ਸ਼ਖਸ ਨੇ ਇਹ ਸਵਾਲ ਕੀਤਾ ਤੇ ਖੁਦਾਵੰਦ ਯਿਸੂ ਮਸੀਹ ਦੀ ਜ਼ਾਤ ਤੇ ਬੜੇ ਦੋਸ਼ ਲਾਏ ਨੇ, ਉਹਦੇ ਤੇ ਪੱਥਰ ਮਾਰਨ ਵਾਲੇ, ਖਿੰਦਰ ਸੁੱਟਣ ਵਾਲੇ ਤੇ ਬਹੁਤੇ ਨੇ, ਗੱਡੀਆਂ ਦੇ ਸ਼ੀਸ਼ੇ ਭੰਨਣ ਵਾਲੇ ਬਹੁਤੇ ਨੇ, ਹਾਂ ਜਲੂਸ ਕੱਢਣ ਵਾਲੇ ਬਹੁਤੇ ਨੇ। ਲੇਕਿਨ ਇਸ ਸਵਾਲ ਦਾ ਜਵਾਬ ਦੇਣ ਵਾਲਾ ਮੈਨੂੰ ਅਫਸੋਸ ਹੈ ਇਹਨਾਂ ਦੋਹਾਂ ਧਰਤੀਆਂ ਤੇ ਹਾਲ ਤੱਕ ਮੈਨੂੰ ਕੋਈ ਲੱਭਾ ਨਹੀਂ। ਤੇ ਪਵਿੱਤਰ ਆਤਮਾ ਨੇ ਮੇਰੇ ਹਿਰਦੇ 'ਚ ਇਹ ਗੱਲ ਪਾਈ ਕਿ ਕਿਉਂ ਨਹੀਂ ਤੂੰ ਉਸ ਸ਼ਖਸ ਦੇ ਇਸ ਮਸਲੇ ਦਾ ਸਵਾਲ ਦਾ ਜਵਾਬ ਦੇ। ਲਿਹਾਜ਼ਾ ਮੈਂ ਅੱਜ ਤੁਸੀਂ ਸਾਰਿਆਂ ਦੀ ਖਿਦਮਤ ਵਿੱਚ ਹਾਜ਼ਰ ਹਾਂ ਇੱਥੇ ਤੀਕਰ ਕਿ ਤੁਹਾਡੇ ਲਈ ਵੀ ਤੁਸੀਂ ਜਿਹੜੇ ਇਸ ਵੇਲੇ ਇਸ ਪ੍ਰੋਗਰਾਮ ਨੂੰ ਵੇਖ ਰਹੇ ਹੋ ਇਹ ਸਵਾਲ ਤੁਹਾਡੇ ਲਈ ਵੀ ਬਰਕਤ ਦਾ ਸਬਬ ਹੋਵੇਗਾ ਤੇ ਤੁਸੀਂ ਵੀ ਇਹਦੇ ਸਬਬੋਂ ਖੂਬ ਬਰਕਤ ਪਾਵੋਗੇ ਤੇ ਖੁਦਾਵੰਦ ਦਾ ਜਲਾਲ ਤੁਹਾਡੀਆਂ ਜ਼ਿੰਦਗੀਆਂ 'ਚੋਂ ਜ਼ਾਹਿਰ ਹੋਵੇਗਾ। ਜਿਸ ਸ਼ਖਸ ਨੇ ਇਹ ਗੱਲ ਕੀਤੀ ਹੈ ਉਹ ਤੇ ਕਰ ਬੈਠਾ ਤੇ ਇਹੋ ਜਿਹੀਆਂ ਗੱਲਾਂ ਕਰਨ ਵਾਲੇ ਆਮ ਤੌਰ ਤੇ ਲੋਕ ਕੌਣ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਮਜ਼ਹਬ ਦੇ ਬਾਰੇ 'ਚ ਖੁਦ ਖਤਰਾ ਹੁੰਦਾ ਹੈ। ਲੋਕੀ ਛੱਡ ਕੇ ਮਸੀਹ ਦੇ ਵਿੱਚ ਸ਼ਾਮਲ ਹੋ ਰਹੇ ਹੁੰਦੇ ਨੇ ਔਰ ਇਧਰ ਖਤਰਾ ਪੈਦਾ ਹੋ ਜਾਂਦਾ ਹੈ ਕਿ ਲੋਕੀ ਖੋਰੇ ਕਾਦੇ ਲਈ ਉਸ ਪਾਸੇ ਜਾਂਦੇ ਨੇ ਔਰ ਇਹ ਸਮਝਣ ਦੀ ਕੋਸ਼ਿਸ਼ ਕਰਦੇ ਨੇ ਕਿ ਆਖਰ ਵਜ੍ਹਾ ਕੀ ਵੇ ਕਿ ਲੋਕ ਕਿਸ ਸਬਬੋਂ ਉਸ ਪਾਸੇ ਜਾਂਦੇ ਨੇ, ਦਰਿਆ ਪਾਰ ਕਰਦੇ ਨੇ, ਇਤਨੀਆਂ ਮੁਸ਼ਕਲਾਂ ਸਹਿੰਦੇ ਨੇ, ਆਖਰ ਉਹਦੇ ਪਿੱਛੇ ਵਜ੍ਹਾ ਕੀ ਹੈ, ਰੀਜ਼ਨ ਕੀ ਵੇ। ਲੇਕਿਨ ਮੈਂ ਇਹ ਗੱਲ ਅਕਸਰ ਔਕਾਤ ਕਹਿਣਾ ਵਾਂ ਕਿ ਪਹਿਲਾ ਕੁਰਿੰਥੀਓ ਤੇ ਉਹਦਾ 2 ਬਾਬ ਤੇ ਉਹਦੀ 14 ਆਇਤ ਵਿੱਚ ਲਿਖਿਆ ਹੈ ਕਿ ਨਫਸਾਨੀ ਤੇ ਜਿਸਮਾਨੀ ਆਦਮੀ ਖੁਦਾ ਦੇ ਰੂਹ ਦੀਆਂ ਗੱਲਾਂ, ਤਹਿ ਦੀਆਂ ਗੱਲਾਂ, ਗਹਿਰੀਆਂ ਗੱਲਾਂ ਉਹ ਨਹੀਂ ਸਮਝਦਾ ਤੇ ਨਾ ਹੀ ਉਹ ਉਹਨਾਂ ਨੂੰ ਕਬੂਲ ਕਰਦਾ ਹੈ ਕਿਉਂਕਿ ਉਹ ਉਹਨਾਂ ਗੱਲਾਂ ਨੂੰ ਬੇਵਕੂਫੀ ਸਮਝਦਾ ਹੈ। ਇਸ ਲਈ ਕਿ ਇਹ ਸ਼ਖਸ ਨਫਸਾਨੀ ਤੇ ਜਿਸਮਾਨੀ ਆਦਮੀ ਹੈ ਤੇ ਮੈਂ ਸਮਝਣਾ ਵਾਂ ਕਿ ਸਾਡੇ ਲਈ ਬਜਾਏ ਇਸ ਦੇ ਕਿ ਇਹੋ ਜਿਹੀਆਂ ਬੰਦਿਆਂ ਤੇ ਦੋਸ਼ ਲਾਣਾ ਚਾਹੀਦਾ ਹੈ, ਬਜਾਏ ਇਸ ਦੇ ਕਿ ਅਸੀਂ ਉਹਨਾਂ ਨੂੰ ਦੋਸ਼ ਲਾਈਏ ਤੇ ਅਸੀਂ ਜਲੂਸ ਕੱਢੀਏ ਤੇ ਗੱਡੀਆਂ ਨੂੰ ਅੱਗ ਲਾਈਏ ਤੇ ਪੱਥਰ ਸੁੱਟੀਏ, ਐਸੀ ਦੀ ਤੈਸੀ ਕਰ ਦਈਏ, ਨਹੀਂ 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 ਨਹੀਂ, ਇਹ ਮਸੀਹ ਖੁਦਾਵੰਦ ਦੀ ਤਾਲੀਮ ਨਹੀਂ ਜੇ, ਇਹ ਗਲਤ ਹੈ ਤੇ ਮੈਂ ਇਹਨੂੰ ਗਲਤ ਆਖਾਂਗਾ। ਇਸ ਲਈ ਕਿ ਜਿਹਨੂੰ ਅਸੀਂ ਮੰਨੇ ਆ ਨਾ ਉਹ ਜਦੋਂ ਸਲੀਬ ਤੇ ਵੀ ਲਟਕਿਆ ਹੋਇਆ ਸੀ ਨਾ ਉਹਨੇ ਇਹੋ ਹੀ ਗੱਲ ਆਖੀ ਏ, ਐ ਬਾਪ ਇਹਨਾਂ ਨੂੰ ਮਾਫ ਕਰ, ਇਸ ਲਈ ਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰਦੇ ਨੇ। ਕੀ ਖਿਆਲ ਹੈ ਤੁਹਾਡਾ? ਦੂਸਰੀ ਗੱਲ, ਖੁਦਾਵੰਦ ਦੇ ਪਵਿੱਤਰ ਵਚਨ ਦੇ ਵਿੱਚ
ਮੈਨੂੰ ਇਹ ਗੱਲ ਵੀ ਮਿਲਦੀ ਹੈ ਕਿ ਖੁਦਾਵੰਦ ਯਿਸੂ ਮਸੀਹ ਨੇ ਬਜ਼ਾਤੇ ਖੁਦ ਇਹ ਗੱਲ ਆਖੀ ਹੈ ਕਿ ਜਦੋਂ ਮੇਰੇ ਨਾਲ ਇੰਜ ਹੋਇਆ ਤੇ ਤੁਹਾਡੇ ਨਾਲ ਕਿਵੇਂ ਨਹੀਂ ਹੋਵੇਗਾ। ਲਿਹਾਜ਼ਾ ਸਾਨੂੰ ਭਾਵੇਂ ਕੋਈ ਸਿੱਖ ਭਾਈ ਹੋਵੇ ਤੇ ਭਾਵੇਂ ਕੋਈ ਮੁਸਲਮਾਨ ਜਾਂ ਹਿੰਦੂ ਹੋਵੇ, ਸਾਡੇ ਦਿਲ ਵਿੱਚ ਉਹਨਾਂ ਲਈ ਫਿਰ ਵੀ ਪਿਆਰ ਹੋਣਾ ਚਾਹੀਦਾ ਹੈ। ਸਾਡੇ ਦਿਲ ਵਿੱਚ ਫਿਰ ਵੀ ਉਹਨਾਂ ਲਈ ਮੁਹੱਬਤ ਹੋਣੀ ਚਾਹੀਦੀ ਹੈ, ਇਸ ਲਈ ਕਿ ਉਹਨਾਂ ਦੀਆਂ ਰੂਹਾਨੀ ਅੱਖਾਂ ਨਹੀਂ ਖੁੱਲੀਆਂ ਹੋਈਆਂ, ਜਿਸਮਾਨੀ ਅੱਖਾਂ ਖੁੱਲੀਆਂ ਨੇ। ਉਹ ਕੁਝ ਵੀ ਕਹਿ ਸਕਦੇ ਨੇ, ਕੁਝ ਵੀ ਕਰ ਸਕਦੇ ਨੇ, ਲੇਕਿਨ ਸਾਡੀਆਂ ਤੇ ਖੁੱਲੀਆਂ ਨੇ ਨਾ। ਸਾਨੂੰ ਇਹਨਾਂ ਰੂਹਾਨੀ ਅੱਖਾਂ ਦੇ ਨਾਲ ਉਹਨਾਂ ਨੂੰ ਪਿਆਰ ਕਰਨ ਦੀ ਲੋੜ ਹੈ ਤੇ ਖੁਦਾਵੰਦ ਯਿਸੂ ਮਸੀਹ ਦੇ ਇਸ ਪਵਿੱਤਰ ਵਚਨ ਨੂੰ ਆਪਣੇ ਦਿਲਾਂ ਦੇ ਵਿੱਚ ਬਿਠਾਉਣ ਤੇ ਇਹਦੇ ਮੁਤਾਬਕ ਆਪਣੀਆਂ ਜ਼ਿੰਦਗੀਆਂ ਬਸਰ ਕਰਨ ਦਾ ਖੁਦਾਵੰਦ ਤੂੰ ਫਜ਼ਲ ਮੰਗਣ ਦੀ ਲੋੜ ਹੈ। ਤੇ ਮੈਂ ਸਮਝਣਾ ਇਹੋ ਜਿਹੇ ਲੋਕਾਂ ਦੇ ਵਾਸਤੇ ਸਾਨੂੰ ਦੁਆ ਕਰਨ ਦੀ ਲੋੜ ਹੈ, ਰੱਖਣਾ 'ਚ ਖੜੇ ਹੋਣ ਦੀ ਲੋੜ ਹੈ। ਜੇ ਕਦੀ ਖੁਦਾ ਸਾਊਲ ਨੂੰ ਬਦਲ ਕੇ ਪੌਲੂਸ ਬਣਾ ਸਕਦਾ ਹੈ ਤੇ ਇਹੋ ਜਿਹੇ ਲੋਕ ਕੋਈ ਹੈਸੀਅਤ ਨਹੀਂ ਰੱਖਦੇ। ਤੇ ਸਾਡੇ ਚੋਂ ਕਿੰਨੇ ਨੇ ਜਿਨ੍ਹਾਂ ਨੇ ਇਸ ਸਿੱਖ ਵਾਸਤੇ ਦੁਆ ਕੀਤੀ ਹੈ, ਜਾਂ ਜ਼ਾਕਰ ਨਾਇਕ ਵਾਸਤੇ ਦੁਆ ਕਰਦੇ ਨੇ, ਜਾਂ ਇਬਰਾਹੀਮ ਕਾਦਰੀ ਵਾਸਤੇ ਦੁਆ ਕਰਦੇ ਨੇ ਕਿ ਉਹਨਾਂ ਦੀਆਂ ਅੱਖਾਂ ਖੁੱਲਣ। ਕਿੰਨੇ ਇੱਕ ਲੋਕ ਨੇ। ਪੱਥਰ ਚੁੱਕ ਚੁੱਕ ਕੇ ਮਾਰਨਾ ਤਾਂ ਬੜਾ ਸੌਖਾ ਹੈਗਾ, ਲੇਕਿਨ ਦੁਆ ਕਰਨਾ ਬੜਾ ਮੁਸ਼ਕਲ ਹੈ। ਇਹ ਹੋਈ ਤੇ ਗੱਲ ਅੱਜ ਮੈਂ ਕਰਨਾ ਚਾਹੁੰਦਾ ਕਿ ਆਓ ਅਸੀਂ ਇਸ ਸਵਾਲ ਦੇ ਜਵਾਬ ਤੇ ਵੀ ਗੌਰ ਕਰੀਏ ਤੇ ਆਪਣੀਆਂ ਜ਼ਿੰਦਗੀਆਂ 'ਚ ਕੁਝ ਤਬਦੀਲੀ ਵੀ ਲੈ ਆਈਏ। ਜੇ ਕਦੀ ਤਬਦੀਲੀ ਨਹੀਂ ਤੇ ਅਸੀਂ ਕੁਝ ਵੀ ਨਹੀਂ ਹਾਂ। ਲਿਹਾਜ਼ਾ ਮੈਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ ਔਰ ਆਪਣੇ ਇਸ ਸਿੱਖ ਭਾਈ ਦੇ ਸਵਾਲ ਦਾ ਜਵਾਬ ਦੇਣ ਵਿੱਚ ਮੈਂ ਆਪਣੇ ਲਈ ਇੱਜ਼ਤ ਅਫਜ਼ਾਈ ਦਾ ਸਬਬ ਸਮਝਾਂਗਾ। ਮੈਂ ਸਮਝਣਾ ਵਾਂ ਕਿ ਜਿਵੇਂ ਇਸ ਸਿੱਖ ਭਾਈ ਨੇ ਗੱਲ ਕੀਤੀ ਹੈ, ਇੰਜੀ ਬਹੁਤ ਸਾਰੇ ਲੋਕ ਨੇ ਜਿਹੜੇ ਖੁਦਾਵੰਦ ਯਿਸੂ ਮਸੀਹ ਦੇ ਬੇਟਾ ਹੋਣ ਦੀ ਗੱਲ ਤੇ ਖੁਦਾ ਦੇ ਉਹਦੇ ਪਿਤਾ ਹੋਣ ਦੀ ਗੱਲ ਜਿਸਮਾਨੀ ਪਹਿਲੂ ਦੇ ਇਤਬਾਰ ਨਾਲ ਸਮਝਦੇ ਨੇ। ਜਿਵੇਂ ਗੁਰੂ ਨਾਨਕ ਜੀ ਦੇ ਪਿਤਾ ਸ਼੍ਰੀ ਮਹਿਤਾ ਕਾਲੂ ਸਨ ਤੇ ਸੋਚਦੇ ਨੇ ਕਿ ਜਿਵੇਂ ਸ਼੍ਰੀ ਮਹਿਤਾ ਕਾਲੂ ਜੀ ਤੋਂ ਗੁਰੂ ਨਾਨਕ ਜੀ ਪੈਦਾ ਹੋਏ ਨੇ, ਜਨਮ ਲਿਆ ਹੈ, ਜਿਹੜਾ ਈਸਾਈ ਧਰਮ ਹੈ ਉਹ ਵੀ ਸ਼ਾਇਦ ਇਹੋ ਹੀ ਗੱਲ ਸਮਝਦੇ ਨੇ ਕਿ ਖੁਦਾ ਜਿਹੜਾ ਹੈ, ਪਰਮੇਸ਼ਵਰ ਜਿਹੜਾ ਹੈ, ਉਹਦੇ ਤੋਂ ਖੁਦਾਵੰਦ ਯਿਸੂ ਮਸੀਹ ਨੇ ਜਨਮ ਲਿਆ ਤੇ ਇੰਜ ਖੁਦਾ ਬਾਪ ਹੋ ਗਿਆ ਤੇ ਯਿਸੂ ਬੇਟਾ ਹੋ ਗਿਆ। ਸਾਡੇ ਮੁਸਲਮਾਨ ਭਾਈ ਵੀ ਬਹੁਤ ਸਾਰੇ ਇਹੋ ਹੀ ਗੱਲ ਸਮਝਦੇ ਨੇ ਕਿ ਜਿਵੇਂ ਉਹ ਇਸ ਧਰਤੀ ਤੇ ਆਇਆ, ਅਰਸ਼ ਵਾਲਾ ਧਰਤੀ ਤੇ ਆਇਆ ਤੇ ਉੱਥੇ ਆ ਕੇ ਸ਼ਾਦੀ-ਵਾਦੀ ਕੀਤੀ ਤੇ ਉਹਦੇ ਤੋਂ ਈਸਾ ਮਸੀਹ ਪੈਦਾ ਹੋਏ, ਜਿਨ੍ਹਾਂ ਨੂੰ ਈਸਾਈ ਲੋਕ ਖੁਦਾ ਦਾ ਬੇਟਾ ਕਹਿੰਦੇ ਨੇ। ਨਹੀਂ 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 ਮੇਰੇ ਅਜ਼ੀਜ਼ੋ, ਇਹੋ ਜਿਹਾ ਕੋਈ ਮਸੀਹੀ ਸ਼ਖਸ, ਐਸੀ ਪਹਿਲੀ ਗੱਲ ਤੇ ਇਹ ਵੇ ਕਿ ਈਸਾਈ ਹੈ ਵੀ ਨਹੀਂ। ਇਹ ਕੋਈ ਹੋਰ ਲੋਕ ਨੇ ਜਿਹੜੇ ਕੋਈ ਈਸਾ ਅਲੈਹਿਸਲਾਮ ਨੂੰ ਮੰਨਦੇ ਨੇ ਤੇ ਉਹ ਈਸਾਈ ਨੇ। ਅਸੀਂ ਹਜ਼ਰਤ ਈਸਾ ਅਲੈਹਿਸਲਾਮ ਨੂੰ ਜਾਣਦੇ ਵੀ ਨਹੀਂ ਹਾਂ ਤੇ ਨਾ ਹੀ ਅਸੀਂ ਉਹਨਾਂ ਦੇ ਬਾਰੇ 'ਚ ਕੋਈ ਬੁਰਾ ਭਲਾ ਕਹਿੰਦੇ ਹਾਂ। ਅਸੀਂ ਖੁਦਾਵੰਦ ਯਿਸੂ ਮਸੀਹ ਨੂੰ ਮੰਨਦੇ ਹਾਂ ਤੇ ਯਿਸੂ ਤੇ ਹੀ ਈਮਾਨ ਲਿਆਉਣ ਦੇ ਸਬਬੋਂ ਅਸੀਂ ਮਸੀਹੀ ਹਾਂ। ਯਿਸੂ ਮਸੀਹ ਨੂੰ ਮੰਨਣ ਵਾਲੇ ਮਸੀਹੀ ਨੇ, ਇਸ ਲਈ ਅਸੀਂ ਆਪਣੇ ਆਪ ਨੂੰ ਮਸੀਹੀ ਆਖਾਂਗੇ। ਦੂਸਰੀ ਗੱਲ ਇਹ ਵੇ, ਇਸ ਸਵਾਲ ਦਾ ਜਵਾਬ ਇਹ ਪਵਿੱਤਰ ਵਚਨ ਦੇ ਵਿੱਚ ਪਾਇਆ ਜਾਂਦਾ ਹੈ ਤੇ ਇਹ ਜਿਹੜੀਆਂ ਤਾਸਬ ਤੇ ਨਫ਼ਰਤ ਦੀਆਂ ਐਨਕਾਂ ਅਸੀਂ ਪਾਈਆਂ ਹੋਈਆਂ ਨੇ ਨਾ, ਇਹਨਾਂ ਨੂੰ ਲਾ ਕੇ ਇੱਕ ਪਾਸੇ ਰੱਖ ਦਈਏ ਤੇ ਅਸੀਂ ਇਸ ਪਵਿੱਤਰ ਵਚਨ ਨੂੰ ਦਿਲ ਦੇ ਨਾਲ ਤੇ ਰੂਹ ਤੇ ਸੱਚਾਈ ਦੇ ਨਾਲ ਸਿੱਖਣ ਵਾਲੇ ਹੋਈਏ, ਉਹਦੇ ਕਦਮਾਂ 'ਚ ਬਹਿ ਕੇ ਉਹਨੂੰ ਆਖਣ ਵਾਲੇ ਹੋਈਏ, ਪਰਵਰਦਿਗਾਰ ਤੂੰ ਸਾਡੇ ਤੇ ਆਪਣੀ ਪਾਕ ਤੇ ਮੁਕੱਦਸ ਮਰਜ਼ੀ ਜ਼ਾਹਿਰ ਕਰ, ਤਾਂ ਜੇ ਇਸ ਕਲਾਮ ਦੀਆਂ ਉਹ ਸੱਚਾਈਆਂ ਜਿਹੜੀਆਂ ਸਾਨੂੰ ਨਹੀਂ ਪਤਾ,
ਅਸੀਂ ਉਹਨਾਂ ਸੱਚਾਈਆਂ ਨੂੰ ਸਮਝ ਸਕਾਂ। ਤੇ ਉਹ ਹੈ ਜਿਹੜਾ ਪਵਿੱਤਰ ਵਚਨ ਦੇ ਰਾਹੀਂ ਇਹਨਾਂ ਸੱਚਾਈਆਂ ਨੂੰ ਸਾਡੇ ਤੇ ਖੋਲਣ ਵਾਲਾ ਹੈ। ਗੱਲ ਇਹ ਵੇ ਕਿ ਖੁਦਾ ਕਿੰਨੇ ਨੇ? ਹਾਂ, ਵੈਸੇ ਖੁਦਾ ਲਫ਼ਜ਼ ਜਿਹੜਾ ਹੈ ਉਹਦਾ ਅਸਲ ਨਾਂ ਹੈ ਵੀ ਨਹੀਂ। ਉਹਦਾ ਨਾਂ ਇਬਰਾਨੀ ਦੇ ਵਿੱਚ ਯਾਵੇ ਵੇ, ਤੇ ਉਹ ਕਹਿੰਦਾ ਵੀ ਇਹੋ ਹੀ ਗੱਲ ਹੈ, ਮੈਂ ਯਹਵਾ ਵਾਂ ਤੇ ਇਹੋ ਹੀ ਮੇਰਾ ਨਾਂ ਹੈ। ਇਹ ਬਾਕੀ ਖੁਦਾ ਤੇ ਅੱਲਾ ਤੇ ਫਲਾਂ ਤੇ ਫਲਾਂ ਤੇ ਫਲਾਂ ਇਹ ਤਰਜਮੇ ਨੇ, ਹੋਰਾਂ ਨੇ ਜਿਹੜੇ ਯੂਜ਼ ਕੀਤੇ ਨੇ, ਇਸਤੇਮਾਲ ਕੀਤੇ ਨੇ। ਉਹ ਕਹਿੰਦਾ ਹੈ ਮੇਰਾ ਨਾਂ ਯਹਵੇ ਵੇ। ਤੋਰਾਤ ਸਭ ਤੋਂ ਪੁਰਾਣੀ ਆਸਮਾਨੀ ਕਿਤਾਬ ਦੇ ਵਿੱਚ ਇਹੋ ਹੀ ਗੱਲ ਉਹ ਕਹਿੰਦਾ ਹੈ, ਯਹਵਾ ਖੁਦਾ। ਲੇਕਿਨ ਚੂੰਕਿ ਜ਼ਿਆਦਾਤਰ ਲੋਕ ਖੁਦਾ ਕਹਿੰਦੇ ਨੇ, ਇਸ ਲਈ ਮੈਂ ਇਹੋ ਹੀ ਟਰਮ ਇਸਤੇਮਾਲ ਕਰਾਂਗਾ। ਵਕਤ ਥੋੜਾ ਹੈ ਤੇ ਇਸ ਥੋੜੇ ਜਿਹੇ ਵਕਤ ਦੇ ਵਿੱਚ ਮੈਂ ਇਸ ਆਪਣੇ ਟਾਪਿਕ ਨੂੰ ਮੁਕੰਮਲ ਕਰਨਾ ਚਾਹੁੰਦਾ। ਦੇਖੋ, ਖੁਦਾ ਇੱਕੋ ਹੀ ਹੈ। ਅਸੀਂ ਉਸ ਇੱਕੋ ਹੀ ਖੁਦਾ ਨੂੰ ਮੰਨਦੇ ਹਾਂ, 2 ਜਾਂ 3 ਖੁਦਾ ਨਹੀਂ। ਇਲਾਵਾਂ ਤੇ ਮਾਬੂਦਾਂ ਤੇ ਖੁਦਾਵਾਂ ਦੀ ਕਸਰਤ ਨੂੰ ਮੰਨਣ ਵਾਲੇ ਕਾਫਰ ਨੇ। ਸਮਝ ਰਹੇ? ਅਸੀਂ ਇੱਕੋ ਹੀ ਖੁਦਾ ਨੂੰ ਮੰਨਦੇ ਹਾਂ। ਤੇ ਤੋਰਾਤ ਦੀ ਪਹਿਲੀ ਕਿਤਾਬ ਤੇ ਪਹਿਲੀਆਂ 3 ਆਇਤਾਂ 'ਚ ਲਿਖਿਆ ਹੈ ਕਿ ਸ਼ੁਰੂ ਦੇ ਵਿੱਚ ਖੁਦਾ ਨੇ ਆਸਮਾਨ ਤੇ ਜ਼ਮੀਨ ਨੂੰ ਪੈਦਾ ਕੀਤਾ। ਖੁਦਾ ਨਹੀਂ, ਕਿਸੇ ਹੋਰ ਨੇ ਨਹੀਂ। ਗੱਲ ਗੌਰ ਨਾਲ ਸੁਣਿਆ ਜੇ, ਕੰਨ ਖੋਲ ਕੇ। ਦੂਜਾ ਸ਼ਬਦ ਜਿਹੜਾ ਮੈਂ ਤੁਹਾਨੂੰ ਦੱਸਣਾ ਵਾ ਉਹ ਇਹ ਕਿ ਫਿਰ ਦੂਜੀ ਆਇਤ 'ਚ ਲਿਖਿਆ ਹੈ ਕਿ ਖੁਦਾ ਦਾ ਰੂਹ, ਕਿਹਦਾ? ਖੁਦਾ ਨੇ ਜ਼ਮੀਨ ਤੇ ਆਸਮਾਨ ਨੂੰ ਬਣਾਇਆ ਤੇ ਫਿਰ ਖੁਦਾ ਦਾ ਰੂਹ, ਉਹਦਾ ਆਪਣਾ ਰੂਹ ਪਾਣੀਆਂ ਦੀ ਸਤ੍ਹਾ ਤੇ ਜੁੰਬਸ਼ ਕਰਦਾ ਸੀ। ਆਈ ਜੇ ਸਮਝ? ਇਹ ਕੋਈ ਅਲੱਗ ਤੋਂ ਨਹੀਂ, ਖੁਦਾ ਦਾ ਰੂਹ ਹੈ। ਤੀਸਰੀ ਗੱਲ ਗੌਰ ਨਾਲ ਵੇਖੋ, ਸੁਣੋ। ਉਹ ਇਹ ਕਿ ਫਿਰ ਖੁਦਾ ਨੇ ਆਖਿਆ। ਹਾਂ, ਫਿਰ ਖੁਦਾ ਨੇ ਆਖਿਆ, ਤੀਸਰੀ ਆਇਤ 'ਚ ਲਿਖਿਆ ਕਿ ਇਹ ਹੋ ਜਾ, ਤੇ ਉਹ ਹੋ ਗਿਆ। ਗੌਰ ਕਰਿਆ ਜੇ, ਖੁਦਾ ਨੇ ਜ਼ਮੀਨ ਤੇ ਆਸਮਾਨ ਨੂੰ ਬਣਾਇਆ, ਖੁਦਾ ਦਾ ਰੂਹ ਪਾਣੀ ਦੀ ਸਤ੍ਹਾ ਤੇ ਜੁੰਬਸ਼ ਕਰਦਾ ਸੀ, ਤੇ ਖੁਦਾ ਨੇ ਕਲਾਮ ਕੀਤਾ, ਖੁਦਾ ਨੇ ਆਖਿਆ। ਖੁਦਾ ਦਾ ਰੂਹ ਤੇ ਖੁਦਾ ਦਾ ਕਲਮਾ, ਸ਼ਬਦ, ਇਹ ਸ਼ੁਰੂ ਤੋਂ ਹੀ ਉਹਦੀ ਜ਼ਾਤ ਦੇ ਵਿੱਚ ਨੇ। ਇੱਕੋ ਹੀ ਖੁਦਾ ਹੈ, 2 ਜਾਂ 3 ਨਹੀਂ ਨੇ। ਸੁਣਿਆ ਜੀ? ਜਦੋਂ ਖੁਦਾ ਨੇ ਵੇਖਿਆ ਕਿ ਇਨਸਾਨ ਆਪਣੀ ਸ਼ਰੀਅਤ, ਕੁਰਬਾਨੀਆਂ, ਬਪਤਿਸਮਿਆਂ, ਗੰਗਾ ਜਮਨਾ 'ਚ ਨਹਾਉਂਦਿਆਂ ਹੋਇਆ, ਹਾਂ, ਮਜ਼ਾਰਾਂ ਤੇ ਜਾਣ ਦੇ ਸਬਬੋਂ ਇਹ ਮੇਰੇ ਲਾਗੇ ਨਹੀਂ ਆ ਸਕਦਾ। ਤੇ ਖੁਦਾ, ਬਾਈਬਲ ਦਾ ਖੁਦਾ ਮੁਹੱਬਤ ਹੈ। ਉਹਨੇ ਕੀ ਕੀਤਾ? ਉਹਨੇ ਆਪਣੇ ਸ਼ਬਦ, ਆਪਣੇ ਕਲਮੇ ਨੂੰ ਜਿਸਮ ਦਿੱਤਾ, ਤੇ ਉਹ ਜਿਸਮ ਇਖਤਿਆਰ ਕਰਕੇ ਇਸ ਧਰਤੀ ਤੇ ਆ ਗਿਆ। ਖੁਦਾ ਆਪਣੇ ਕਲਮਾਂ ਦੇ ਵਿੱਚ ਜਿਸਮ ਇਖਤਿਆਰ ਕਰਕੇ ਇਸ ਧਰਤੀ ਤੇ ਆ ਗਿਆ। ਭਾਈ, 2 ਹੀ ਗੱਲਾਂ ਹੋ ਸਕਦੀਆਂ ਸਨ। ਇੱਕ ਤੇ ਇਹ ਕਿ ਜਾਂ ਤਾਂ ਇਨਸਾਨ ਇੰਨਾ ਪਾਕ ਹੋ ਜਾਏ ਕਿ ਖੁਦਾ ਬਣ ਜਾਏ, ਇਹ ਗੱਲ ਤੇ ਹੋ ਨਹੀਂ ਸੀ ਸਕਦੀ। ਲੇਕਿਨ ਦੂਜੇ ਪਾਸੇ ਖੁਦਾ, ਜਿਹਨੂੰ ਅਸੀਂ ਕਹਿੰਦੇ ਹਾਂ ਕਾਦਰੇ ਮੁਤਲਕ ਤੇ ਸ਼ੈਅਨ ਕਦੀਰ ਹੈ, ਹਰ ਇੱਕ ਗੱਲ ਤੇ ਕੁਦਰਤ ਰੱਖਦਾ ਹੈ, ਉਹ ਕੁਝ ਵੀ ਕਰ ਸਕਦਾ ਹੈ ਮਾਸਵਾ ਗੁਨਾਹ ਦੇ। ਤੇ ਇਨਸਾਨ ਨੂੰ ਆਪਣੇ ਕੋਲ ਲਿਆਉਣ ਦੇ ਵਾਸਤੇ ਉਹ ਉਸ ਅਰਸ਼ ਤੋਂ, ਆਕਾਸ਼ ਤੋਂ, ਸੂਰਗ ਤੋਂ ਆਪਣੇ ਕਲਮਾਂ ਦੇ ਵਿੱਚ ਜਿਸਮ ਇਖਤਿਆਰ ਕਰਕੇ ਇਨਸਾਨੀ ਜ਼ਾਤ ਦੇ ਵਿੱਚ ਇਸ ਧਰਤੀ ਤੇ ਆ ਸਕਦਾ ਵੇ ਜਾਂ ਨਹੀਂ ਆ ਸਕਦਾ? ਆਪ ਹੀ ਜਵਾਬ ਦੇਵੋ। ਤਾਸੁਬ ਨਾਲ ਨਹੀਂ, ਮੁਹੱਬਤ ਤੇ ਪਿਆਰ ਦੇ ਨਾਲ ਆ ਸਕਦਾ ਹੈ ਕਿ ਨਹੀਂ ਆ ਸਕਦਾ? ਅਗਰ ਇਨਸਾਨ ਰੱਬ ਦੇ ਕੋਲ ਨਹੀਂ ਜਾ ਸਕਦਾ, ਤੇ ਕੀ ਖੁਦਾ ਇਨਸਾਨੀ ਜਾਮਾਂ ਦੇ ਵਿੱਚ ਇਸ ਧਰਤੀ ਮਾਤਾ ਤੇ ਆ ਸਕਦਾ ਵੇ ਕਿ ਨਹੀਂ ਆ ਸਕਦਾ? ਆਫ ਕੋਰਸ ਆ ਸਕਦਾ ਹੈ। ਤੇ ਜਦੋਂ ਉਹ ਆ ਸਕਦਾ ਹੈ ਤੇ ਉਹ ਆਇਆ ਜੇ। ਉਹ ਜਿਹੜਾ ਆਇਆ ਹੈ
ਕਲਮਾ ਜਿਸਮ ਇਖਤਿਆਰ ਕਰਕੇ, ਸ਼ਬਦ ਜਿਸਮ ਇਖਤਿਆਰ ਕਰਕੇ। ਮੁਸਲਮਾਨ ਉਹਨੂੰ ਕਲਮਾਤੁੱਲਾ ਕਹਿੰਦੇ ਨੇ, ਰੂਹ ਅੱਲਾ ਕਹਿੰਦੇ ਨੇ। ਤੇ ਅਸੀਂ ਜਿਹੜੇ ਉਹਦੇ ਮੰਨਣ ਵਾਲੇ ਆ, ਅਸੀਂ ਉਹਨੂੰ ਮੁਜੱਸਮ ਕਲਾਮ ਕਹਿੰਦੇ ਆ। ਯੂਹੰਨਾ ਦੀ ਮਾਰਫਤ ਲਿਖੀ ਗਈ ਇੰਜੀਲ ਪਹਿਲਾ ਬਾਬ ਤੇ 14 ਆਇਤ, ਲੇਕਿਨ ਉਸ ਤੋਂ ਪਹਿਲੀਆਂ ਆਇਤਾਂ 'ਚ ਲਿਖਿਆ ਇਹ ਸ਼ਬਦ, ਇਹ ਕਲਮਾ ਸ਼ੁਰੂ ਤੋਂ ਖੁਦਾ ਦੇ ਨਾਲ ਸੀ, ਲੇਕਿਨ 14ਵੀਂ ਆਇਤ ਵਿੱਚ ਉਹ ਸ਼ਬਦ, ਉਹ ਕਲਮਾ ਜਿਸਮ ਇਖਤਿਆਰ ਕੀਤਾ, ਜਿਸਮ ਦੇ ਵਿੱਚ ਇਸ ਧਰਤੀ ਤੇ ਆ ਗਿਆ, ਮੇਰੇ ਲਈ ਤੇ ਤੁਹਾਡੇ ਗੁਨਾਹਾਂ ਲਈ ਕੁਫਾਰਾ ਹੋਣ ਵਾਸਤੇ। ਤੇ ਅੱਜ ਅਸੀਂ ਆਪਣੀਆਂ ਰਾਸਤਬਾਜ਼ੀਆਂ ਦੇ ਸਬਬੋਂ ਜਿਹੜੀਆਂ 2 ਨੰਬਰ ਨੇ ਨਹੀਂ ਬਚਦੇ, ਬਲਕਿ ਯਿਸੂ ਮਸੀਹ ਤੇ ਈਮਾਨ ਲਿਆਉਣ ਦੇ ਸਬਬੋਂ ਅਸੀਂ ਖੁਦਾ ਦੀ ਕੁਰਬਤ ਤੇ ਉਹਦੀ ਨਜ਼ਦੀਕੀ ਨੂੰ ਹਾਸਲ ਕਰਨੇ ਆ। ਸੁਣ ਰਹੇ ਹੋ? ਹੁਣ ਜਦੋਂ ਅਸੀਂ ਮੁਕੱਦਸ ਮਤੀ ਦੀ ਮਾਰਫਤ ਲਿਖੀ ਗਈ ਇੰਜੀਲ ਮੁਕੱਦਸ ਵਿੱਚ ਵੇਖਨੇ ਆ 3 ਬਾਬ ਤੇ ਉਹਦੀ 17 ਆਇਤ, ਉੱਥੇ ਵਾਜ਼ੇ ਤੌਰ ਤੇ ਖੁਦਾ ਜਿਹੜੀ ਇਲਾਹੀ ਜ਼ਾਤ ਹੈ, ਉਹ ਮੁਜੱਸਮ ਕਲਮੇ ਨੂੰ, ਜਿਹੜੀ ਇਨਸਾਨੀ ਜ਼ਾਤ ਹੈ ਯਿਸੂ ਮਸੀਹ, ਉਹਨੂੰ ਕਹਿੰਦਾ ਹੈ ਤੂੰ ਮੇਰਾ ਪਿਆਰਾ ਪੁੱਤਰ ਹੈ, ਪ੍ਰੇਮੀ ਪੁੱਤਰ, ਜਿਹਦੇ ਤੂੰ ਮੈਂ ਖੁਸ਼ ਹਾਂ। ਖੁਦਾ ਖੁਦ ਉਹਨੂੰ ਕਹਿੰਦਾ ਹੈ ਤੂੰ ਮੇਰਾ ਪਿਆਰਾ ਪੁੱਤਰ ਹੈ ਤੇ ਮੈਂ ਤੇਰੇ ਤੋਂ ਖੁਸ਼ ਹਾਂ। ਯਿਸੂ ਮਸੀਹ ਬਾਰ ਇਹ ਗੱਲ ਕਹਿੰਦੇ ਨੇ, ਐ ਪਿਤਾ ਇਹਨਾਂ ਨੂੰ ਮਾਫ ਕਰ, ਐ ਬਾਪ ਤੂੰ ਜਿਹੜਾ ਸੁਰਗ ਤੇ ਵੈ। ਬਾਰ ਉਹ ਬਾਪ ਦਾ ਲਫ਼ਜ਼ ਇਸਤੇਮਾਲ ਕਰਦੇ ਨੇ। ਤੇ ਅਸੀਂ ਜਿਹੜੇ ਆਪਣੀ ਅੰਮੀ ਤੇ ਅੱਬਾ ਤੋਂ ਜੰਮੇ ਆ ਨਾ, ਅਸੀਂ ਇਸੇ ਲਈ ਇਸ ਰੂਹ ਦੀ ਗੱਲ ਨੂੰ ਨਹੀਂ ਸਮਝਦੇ ਕਿ ਅਸੀਂ ਚੂੰਕਿ ਖੂਨ ਤੇ ਗੋਸ਼ਤ ਤੋਂ ਜੰਮੇ ਆ, ਸਾਡੀ ਅੰਮੀ ਵੀ ਹੈ ਤੇ ਅੱਬਾ ਵੀ ਹੈ, ਉਹਨਾਂ ਦੋਵਾਂ ਦੇ ਮਿਲਾਪ ਨਾਲ ਅਸੀਂ ਜੰਮੇ, ਇਸ ਧਰਤੀ ਤੇ ਆਏ। ਯਿਸੂ ਮਸੀਹ ਦੀ ਪੈਦਾਇਸ਼ ਇੰਜ ਨਹੀਂ ਹੋਈ। ਇਸ ਧਰਤੀ ਤੇ ਉਹ ਵਾਹਿਦ ਸ਼ਖਸੀਅਤ ਹੈ, ਉਹ ਵਾਹਿਦ ਸ਼ਖਸੀਅਤ ਹੈ ਇਸ ਸਾਰੀ ਧਰਤੀ ਤੇ ਕਿ ਜਿਹਦੀ ਮਾਂ ਤੇ ਕਿਸੇ ਇਨਸਾਨ ਦਾ ਕੋਈ ਫਿਜ਼ੀਕਲ ਤਾਲੁਕ ਨਹੀਂ ਸੀ, ਜਿਹਦੇ ਤੋਂ ਖੁਦਾਵੰਦ ਯਿਸੂ ਮਸੀਹ ਪੈਦਾ ਹੋਏ। ਇਹ ਇੱਕ ਅਚੰਭਾ ਹੈ, ਇਹ ਇੱਕ ਮੌਜਜ਼ਾ ਹੈ, ਇਹ ਇੱਕ ਕਰਿਸ਼ਮਾ ਹੈ, ਇੰਤਜ਼ਾਮੇ ਇਲਾਹੀ ਹੈ ਇਸ ਗੁਨਾਹਗਾਰ ਇਨਸਾਨ ਦੇ ਵਾਸਤੇ ਕਿ ਪਰਵਰदिगार ਨੇ ਆਪਣੇ ਪਵਿੱਤਰ ਆਤਮਾ ਦੇ ਰਾਹੀਂ ਮੁਕੱਦਸਾ ਮਰੀਮ ਸਿੱਦੀਕਾ ਦੇ ਵਸੀਲੇ ਨਾਲ ਉਸ ਇਨਸਾਨੀ ਜ਼ਾਤ ਨੂੰ, ਕਲਮਤੁੱਲਾ ਨੂੰ, ਜਿਹੜਾ ਖੁਦਾ ਦਾ ਸ਼ਬਦ ਹੈ, ਯਿਸੂ ਮਸੀਹ ਇਸ ਧਰਤੀ ਤੇ ਕਲਿਆ। ਉਹ ਸ਼ਬਦ ਉਹਦੇ ਚੋਂ ਨਿਕਲਿਆ ਹੈ ਤੇ ਬੇਟਾ, ਪੁੱਤਰ ਲਫ਼ਜ਼ ਦਾ ਮਤਲਬ ਨਿਕਲਾ ਹੋਇਆ ਹੈ। ਹਾਂ, ਤੇ ਖੁਦਾ ਖੁਦ ਜਦੋਂ ਉਹਨੂੰ ਇਹ ਕਹਿੰਦਾ ਹੈ ਤੂੰ ਮੇਰਾ ਪਿਆਰਾ ਪ੍ਰਿਆ ਪੁੱਤਰ ਹੈ ਜਿਹਦੇ ਤੋਂ ਮੈਂ ਖੁਸ਼ ਹਾਂ, ਔਰ ਜਦੋਂ ਯਿਸੂ ਉਹਨੂੰ ਇਹ ਕਹਿੰਦਾ ਹੈ ਐ ਬਾਪ ਤੂੰ ਜਿਹੜਾ ਸੁਰਗ ਤੇ ਹੈ, ਐ ਬਾਪ ਇਹਨਾਂ ਨੂੰ ਮਾਫ ਕਰ ਕੇ ਜਾਣਦੇ ਨਹੀਂ ਕਿ ਕੀ ਕਰਦੇ ਨੇ, ਤੇ ਫਿਰ ਤੁਸੀਂ ਤੇ ਮੈਂ ਕੌਣ ਹੁੰਨੇ ਆ ਕਿ ਅਸੀਂ ਉਹਨੂੰ ਆਖੀਏ ਕਿ ਉਹ ਖੁਦਾ ਦਾ ਪੁੱਤਰ ਨਹੀਂ, ਜਾਂ ਉਹਦਾ ਪਿਤਾ, ਇਲਾਹੀ ਜ਼ਾਤ ਨਹੀਂ। ਅਸੀਂ ਕੌਣ ਹੁੰਨੇ ਆ? ਸਾਨੂੰ ਅੱਗ ਕਿਉਂ ਲੱਗਦੀ ਹੈ? ਇਸ ਲਈ ਕਿ ਸਾਡੇ ਕਿਸੇ ਮਜ਼ਹਬ ਦੇ ਬਾਨੀ ਨੂੰ ਤੇ ਮਜ਼ਹਬੀ ਰਹਿਨੁਮਾ ਨੂੰ ਉਹਨੇ ਇਹ ਗੱਲ ਆਖੀ ਨਹੀਂ ਕਿ ਤੂੰ ਮੇਰਾ ਪੁੱਤਰ ਹੈਗਾ। ਇਸ ਸਬਬੋਂ ਅਸੀਂ ਸੋਚਨੇ ਆ ਕਿ ਇਹ ਯਿਸੂ ਮਸੀਹ ਤੇ ਬਾਜ਼ੀ ਲੈ ਗਿਆ, ਤੇ ਹੁਣ ਅਸੀਂ ਆਪਣੇ ਜਿਹੜੇ ਮਜ਼ਹਬੀ ਰਹਿਨੁਮਾ ਨੇ ਜਾਂ ਬਾਨੀ ਨੇ ਉਹਨਾਂ ਦੇ ਵਾਸਤੇ ਅਸੀਂ ਕੀ ਆਖੀਏ? ਕੋਈ ਕੀ ਵੇ, ਕੋਈ ਕੀ ਹੈ, ਕੋਈ ਕੀ ਹੈ, ਕੋਈ ਕੀ ਹੈ। ਲੇਕਿਨ ਖੁਦਾਵੰਦ ਯਿਸੂ ਮਸੀਹ ਦੀ ਬਾਬਤ ਇਹ ਵਾਜ਼ੇ ਤੌਰ ਤੇ ਵੇ ਕਿ ਉਹ ਜਿਹੜਾ ਖੁਦਾ ਦੀ ਸੂਰਤ ਤੇ ਸੀ, ਉਹਨੇ ਆਪਣੇ ਆਪ ਨੂੰ ਕਬਜ਼ੇ ਵਿੱਚ ਰੱਖਣ ਦੀ ਸ਼ੈ ਨਹੀਂ ਸਮਝਿਆ, ਆਪਣੇ ਆਪ ਨੂੰ ਖਾਲੀ ਕਰ ਛੱਡਿਆ, ਇੱਕ ਦਾਸ ਯਾਨੀ ਖਾਦਮ ਦੀ ਸੂਰਤ ਇਖਤਿਆਰ ਕੀਤੀ, ਮਨਸ਼ ਯਾਨੀ ਇਨਸਾਨੀ ਜਾਮੇ 'ਚ ਇਸ ਧਰਤੀ ਤੇ ਆ ਗਿਆ, ਇੱਥੇ ਤੀਕਰ ਆਪਣੇ ਪਿਤਾ ਦਾ ਫਰਮਾ ਬਰਦਾਰ ਰਿਹਾ ਕਿ ਮੌਤ, ਬਲਕਿ ਸਲੀਬੀ ਮੌਤ ਗਵਾਰਾ ਕੀਤੀ ਹੈ। ਤੇ ਫਿਰ ਉਸ ਨੇ ਵੀ
ਉਹਨੂੰ ਇੰਨਾ ਸਰਬੁਲੰਦ ਕੀਤਾ ਤੇ ਇਹੋ ਜਿਹਾ ਨਾ ਬਖਸ਼ਿਆ ਜਿਹੋ ਜਿਹਾ ਨਾ ਇਸ ਧਰਤੀ ਤੇ ਕਿਸੇ ਹੋਰ ਨੂੰ ਬਖਸ਼ਿਆ ਨਹੀਂ ਗਿਆ, ਤਾਂ ਜੇ ਹਰ ਇੱਕ ਘੁਟਨਾ, ਭਾਵੇਂ ਪਗੜੀ ਵਾਲੇ ਹੋਣ ਤੇ ਭਾਵੇਂ ਦਾੜੀ ਵਾਲੇ ਹੋਣ, ਉਹਨਾਂ ਦਾ ਘੁਟਨਾ ਗੋਡਾ ਉਹਨਾਂ ਦੇ ਹੁਜ਼ੂਰ ਯਿਸੂ ਮਸੀਹ ਦੇ ਹੁਜ਼ੂਰ ਝੁਕੇ ਤੇ ਇਕਰਾਰ ਕਰੇ ਕਿ ਯਿਸੂ ਮਸੀਹ ਖੁਦਾਵੰਦ ਹੈ। ਤੇ ਜੇ ਕਦੀ ਅੱਜ ਇਕਰਾਰ ਨਹੀਂ ਕਰਨਾ ਜੇ ਨਾ, ਤੇ ਜ਼ਿੰਦਗੀ ਦੀ ਇਹ ਦਿਆ ਜਿਹੜਾ ਹੈ ਨਾ, ਇਹ ਦੀਪ, ਇਹਨੇ ਬੁੱਝ ਜਾਣਾ ਹੈ ਤੇ ਫਿਰ ਉਸ ਤੋਂ ਬਾਅਦ ਕੋਈ ਟਾਈਮ ਨਹੀਂ ਰਹੇਗਾ। ਤੇ ਆਓ ਅਸੀਂ ਤਾਸਬ ਤੋਂ ਤੇ ਇਹੋ ਜਿਹੀਆਂ ਨਫ਼ਰਤਾਂ ਫੈਲਾਣ ਤੋਂ ਬਾਜ਼ ਆ ਜਾਈਏ ਤੇ ਆਪਣੇ ਆਪ ਨੂੰ ਪਵਿੱਤਰ ਆਤਮਾ ਦੇ ਰਾਹੀਂ ਉਸ ਪਰਵਰਦਿਗਾਰ ਦੇ ਸਪੁਰਦ ਕਰ ਦਈਏ। ਇਹ ਕਿਸੇ ਮਜ਼ਹਬ ਦੀ ਤਾਲੀਮ ਨਹੀਂ ਜੇ ਤੇ ਨਾ ਹੀ ਮੈਂ ਕਿਸੇ ਮਜ਼ਹਬ ਦੀ ਤਾਲੀਮ ਦਿੰਦਾ ਜੇ, ਮੈਨੂੰ ਲੋੜ ਵੀ ਨਹੀਂ। ਮੈਂ ਪਰਮੇਸ਼ਵਰ ਦੀ, ਖੁਦਾ ਦੀ ਮੁਹੱਬਤ ਦਾ ਇੱਕ ਪੈਗਾਮ ਸੁਣਾਉਣ ਵਾਲਾ ਵਾਂ, ਜਿਹਦੇ ਕੋਲ ਪੈਗਾਮ ਹੈ। ਮਾਫ ਕਰਿਆ ਜੇ ਮੈਂ ਇਹ ਗੱਲ ਨਹੀਂ ਆਖੀ ਮੈਂ ਪੈਗੰਬਰ, ਮੈਂ ਪਿਆਮਬਰ, ਜਿਹਦੇ ਕੋਲ ਮੈਸੇਜ ਉਹਦੀ ਗੱਲ ਕਰਨਾ ਵਾਂ। ਤੇ ਮੇਰੇ ਕੋਲ ਤੇ ਉਹਦੀ ਮੁਹੱਬਤ ਦਾ ਸਬਬੋਂ ਕੋਈ ਵੀ ਨਹੀਂ ਜੇ ਹੋਰ ਕੋਈ ਗੱਲ। ਇਸ ਲਈ ਅੱਜ ਭਾਵੇਂ ਤੁਸੀਂ ਜਿਹੜਾ ਕੋਈ ਵੀ ਕਿਉਂ ਨਹੀਂ ਹੋ, ਆਪਣੇ ਗੁਨਾਹਾਂ ਤੋਂ ਇਕਰਾਰ ਕਰਕੇ ਉਹਦੇ ਹੁਜ਼ੂਰ ਸੱਚੀ ਤੋਬਾ ਕਰਕੇ ਖੁਦਾ ਦੀ ਮੁਹੱਬਤ ਜਿਹਦਾ ਇਜ਼ਹਾਰ ਸੂਲੀ ਤੇ ਹੋਇਆ, ਉਹਨੂੰ ਆਪਣੇ ਲਈ ਕਬੂਲ ਕਰੋ। ਇਸ ਪਵਿੱਤਰ ਵਚਨ ਦੀ ਸਟੱਡੀ ਕਰੋ, ਮਤਾਲਿਆ ਕਰੋ। ਨਹੀਂ ਕੁਝ ਆਉਂਦਾ ਤੇ ਸਾਡੇ ਕੋਲੋਂ ਪੁੱਛੋ ਮਦਦ ਕਰਨ ਲਈ, ਅਸੀਂ ਮੁਕੰਮਲ ਤੌਰ ਤੇ ਤਿਆਰ ਹਾਂ। ਅਸੀਂ ਕਿਸੇ ਨੂੰ ਕਨਵਰਟ ਨਹੀਂ ਕਰਦੇ, ਨਾ ਹੀ ਅਸੀਂ ਕਰ ਸਕਨੇ ਹਾਂ। ਇਹ ਪਵਿੱਤਰ ਆਤਮਾ ਦਾ ਕੰਮ ਹੈ, ਉਹ ਕਰਦਾ ਹੈ। ਸਾਡਾ ਕੰਮ ਸਿਰਫ ਬੀਂ ਸੁੱਟਣਾ ਹੈ, ਉਹਦਾ ਕੰਮ ਹੈ ਉਹਨੂੰ ਫਲ ਫੁੱਲ ਲਾਉਣਾ, ਸਾਡਾ ਕੰਮ ਨਹੀਂ। ਸਾਡਾ ਕੰਮ ਮੁਰਦੇ ਦੇ ਉੱਤੋਂ ਤਰਾੜਾਂ ਪੱਥਰ ਹਟਾਉਣਾ ਹੈ, ਜਿਉਂ ਉਹਨੂੰ ਜਿੰਦਾ ਕਰਨਾ ਸਾਡਾ ਕੰਮ ਨਹੀਂ। ਇਹ ਉਹਦਾ ਕੰਮ ਹੈ, ਉਹ ਆਪ ਹੀ ਕਰਦਾ ਰਹੇਗਾ। ਤੇ ਅੱਜ ਨਹੀਂ ਤੇ ਛੇਤੀ ਤੁਹਾਡੇ ਤੇ ਉੱਤੋਂ ਵੀ ਉਹ ਤਰਾੜਾਂ ਹਟਾਉਣ ਵਾਲਾ ਕੋਈ ਨਾ ਕੋਈ ਹੋਵੇਗਾ, ਪੱਥਰ ਹਟਾਉਣ ਵਾਲਾ। ਤੇ ਮੇਰੀ ਇਹੋ ਹੀ ਤੁਹਾਡੇ ਲਈ ਪ੍ਰਾਰਥਨਾ ਹੈ ਕਿ ਪਵਿੱਤਰ ਆਤਮਾ ਤੁਹਾਡੀਆਂ ਰੂਹਾਨੀ ਅੱਖਾਂ ਖੋਲੇ ਕਿ ਤੁਸੀਂ ਜਿਸਮਾਨੀ ਤੇ ਨਫਸਾਨੀ ਪਹਿਲੂ ਦੇ ਇਤਬਾਰ ਨਾਲ ਯਿਸੂ ਦੀ ਬਾਬਤ ਨਾ ਸੋਚੋ, ਬਲਕਿ ਰੂਹਾਨੀ ਪਹਿਲੂ ਦੇ ਇਤਬਾਰ ਨਾਲ ਸੋਚੋ ਕਿ ਉਹ ਜਿਸਮਾਨੀ ਤੌਰ ਤੇ ਪੈਦਾਇਸ਼ ਦੇ ਸਬਬੋਂ, ਜਨਮ ਦੇ ਸਬਬੋਂ ਖੁਦਾ ਦਾ ਬੇਟਾ ਨਹੀਂ ਜੇ, ਉਹ ਰੂਹਾਨੀ ਪਹਿਲੂ ਦੇ ਇਤਬਾਰ ਨਾਲ ਖੁਦਾ ਦਾ ਬੇਟਾ ਜੇ। ਤੇ ਸਿੱਖ ਜੀ, ਅਸੀਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ। ਅਸੀਂ ਤੁਹਾਡੀ ਮੁਆਫੀ ਦੇ ਲਈ ਵੀ ਖਾਸ ਮੈਸੇਜ ਦੇ ਰਹੇ ਹਾਂ। ਮੈਂ ਇਸ ਤੋਂ ਪਹਿਲਾਂ ਵੀ ਇੱਕ ਵੀਡੀਓ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਆਨ ਕੀਤੀ ਹੈ, YouTube ਤੇ ਵੀ ਹੈ, ਤੇ ਮੈਂ ਆਖਿਆ ਹੈ ਕਿ ਮਸੀਹੋ ਮਾਫ ਕਰੋ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਗੱਲਾਂ ਨੂੰ ਨਹੀਂ ਸਮਝਦੇ। ਤੇ ਅਸੀਂ ਤੁਹਾਨੂੰ ਮਾਫ ਕਰਨੇ ਆ ਔਰ ਮੁਆਫੀ ਦਾ ਹੀ ਮੈਸੇਜ ਦੇਣੇ ਆ, ਔਰ ਇਹੋ ਹੀ ਆਖਾਂਗੇ ਮਤਾਲਿਆ ਕਰੋ ਇਸ ਪਵਿੱਤਰ ਵਚਨ ਦਾ। ਤੇ ਜਿਹੜੀ ਗੱਲ ਤੁਹਾਨੂੰ ਸਮਝ ਨਹੀਂ ਆਉਂਦੀ, ਸਾਡੇ ਕੋਲੋਂ ਪੁੱਛੋ, ਅਸੀਂ ਤੁਹਾਡੀ ਮਦਦ ਕਰਨ ਲਈ ਤਿਆਰ ਹਾਂ। ਮੇਰੀ ਵੈਬਸਾਈਟ 'ਚ ਉਹਦੇ ਤੇ ਜਾ ਕੇ ਮੈਨੂੰ ਈਮੇਲ ਵੀ ਕਰ ਸਕਦੇ ਹੋ, www.newlifeinstitute.org। ਪ੍ਰਾਰਥਨਾ ਹੈ ਕਿ ਖੁਦਾਵੰਦ ਤੁਹਾਨੂੰ ਆਸ਼ੀਸ਼ਿਤ ਦੇਵੇ, ਤੁਹਾਡੇ ਤੇ ਉਹਦੀ ਕਿਰਪਾ ਹੋਏ ਤੇ ਸੁਪਨਿਆਂ ਦੇ ਜ਼ਰੀਆ ਉਹ ਤੁਹਾਡੇ ਨਾਲ ਗੱਲ ਕਰੇ ਕਿ ਤੁਸੀਂ ਆਪਣਾ ਦਿਲ, ਆਪਣੇ ਹਿਰਦੇ ਦੇ ਵਿੱਚ ਉਹਨੂੰ ਦਾਵਤ ਦੇਵੋ ਕਿ ਉਹ ਆਵੇ ਤੇ ਤੁਹਾਨੂੰ ਇੱਕ ਨਵਾਂ ਜੀਵਨ ਦੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਰਵਰਦਿਗਾਰ ਤੁਸੀਂ ਸਾਰਿਆਂ ਨੂੰ ਬਹੁਤ ਤੇਰੀ ਬਰਕਤ ਦੇਵੇ। ਮਿਹਰਬਾਨੀ। God bless you।